ਹਾਂਜੀ, ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਦੋਸਤੋ। ਐਸਐਸਟੀ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਅੱਜ ਦਾ ਲੈਕਚਰ। ਆਪਾਂ 2016 ਵਾਲਾ ਪੀਐਸ ਟੈਟ 2 ਦਾ ਐਸਐਸਟੀ ਵਿਸ਼ੇ ਨਾਲ ਸੰਬੰਧਿਤ ਆਪਾਂ ਪੇਪਰ ਕਰਵਾ ਰਹੇ ਸੀਗੇ, ਜਿਹੜਾ 2016 ਦੇ ਵਿੱਚ ਹੋਇਆ ਸੀ। ਉਹਦਾ ਦੂਸਰਾ ਪਾਰਟ ਹੈ ਜੀ। 2016 ਦੇ ਵਿੱਚ ਐਸਐਸਟੀ ਦਾ ਮਤਲਬ ਸੈਕੰਡ ਪੇਪਰ ਦਾ ਜਿਹੜਾ ਐਸਐਸਟੀ ਦੇ ਨਾਲ ਸੰਬੰਧਿਤ ਪੇਪਰ ਹੋਇਆ ਸੀ ਪੀਐਸ ਟੈਟ 2 ਦਾ। ਸੋ ਉਹਦਾ ਸੈਕੰਡ ਪਾਰਟ ਲੈ ਕੇ ਆਏ ਹਾਂ। 20 ਪ੍ਰਸ਼ਨਾਂ ਤੱਕ, ਲੜੀ ਨੰਬਰ 120 ਤੱਕ, 90 ਤੋਂ ਲੈ ਕੇ 120 ਤੱਕ 30 ਪ੍ਰਸ਼ਨ ਆਪਾਂ ਕਰਵਾ ਚੁੱਕੇ ਹਾਂ। ਸੋ 30 ਪ੍ਰਸ਼ਨ ਇਹਦੇ ਰਹਿੰਦੇ ਸੀਗੇ ਜਿਹੜੇ ਪੇਪਰ 'ਚ ਆਏ ਹੋਏ ਨੇ। 121 ਤੋਂ ਲੈ ਕੇ 150 ਲੜੀ ਨੰਬਰ ਤੱਕ ਜਾਵਾਂਗੇ ਆਪਾਂ। ਜੁੜੇ ਰਹੋ ਚੈਨਲ ਦੇ ਨਾਲ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਆਪਣੇ ਚੈਨਲ ਨੂੰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਸੋ ਸਾਰੇ ਦੋਸਤ ਮਿੱਤਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ, ਸ਼ੇਅਰ ਕਰਨ ਦੋਸਤਾਂ ਤੱਕ। ਸ਼ੁਰੂ ਕਰ ਲਈਏ ਜੀ। ਪਹਿਲਾ ਪ੍ਰਸ਼ਨ, ਮਨੁੱਖ ਜਾਤੀ ਨੇ ਆਪਣੇ ਆਪ ਨੂੰ ਹੋਰ ਜਾਨਵਰਾਂ ਨਾਲੋਂ ਸਭ ਤੋਂ ਵਧੀਆ ਕਿਉਂ ਮੰਨਿਆ? ਤਰਕ ਦੇ ਕਰਕੇ, ਸਮਾਜ ਵਿੱਚ ਰਹਿਣ ਕਰਕੇ, ਗੱਲਬਾਤ ਦੀ ਯੋਗਤਾ ਜਾਂ ਭੋਜਨ। ਸੋ ਮਨੁੱਖ ਜਾਤੀ ਹੈ ਜਿਹੜੀ ਆਪਣੇ ਆਪ ਨੂੰ ਹੋਰ ਜਿਹੜੇ ਜਾਨਵਰ ਨੇ ਉਹਨਾਂ ਤੋਂ ਵਧੀਆ ਕਿਵੇਂ ਮੰਨਦੀ ਹੈ ਜੀ? ਸੋ ਤਰਕ ਕਰਨ ਦੀ ਸ਼ਕਤੀ, ਜਾਂ ਸਮਾਜ, ਜਾਂ ਗੱਲਬਾਤ, ਜਾਂ ਭੋਜਨ। ਦੇਖੋ, ਸਮਾਜ ਤਾਂ ਜਾਨਵਰਾਂ ਦਾ ਵੀ ਹੁੰਦਾ, ਭੋਜਨ ਵੀ ਹੁੰਦਾ। ਆਹ ਦੋ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਆ ਸਕਦੀ ਹੈ। ਸੋ ਜਾਨਵਰ ਵੀ ਤਰਕ ਕਰਦੇ ਆਪਦਾ ਪੱਧਰ ਦੇ, ਆਪਦੇ ਹਿਸਾਬ ਦੇ ਮੁਤਾਬਕ। ਗੱਲਬਾਤ ਕਰਨ ਦੀ ਯੋਗਤਾ ਨਹੀਂ ਹੁੰਦੀ ਉਹਨਾਂ 'ਚ। ਆਪਸ਼ਨ ਨੰਬਰ ਸੀ ਸਹੀ ਹੈ, ਜਿਹਦੇ ਕਰਕੇ ਮਨੁੱਖ ਜਾਤੀ ਨੇ ਆਪਣੇ ਆਪ ਨੂੰ ਹੋਰ ਜਾਨਵਰਾਂ ਤੋਂ ਵੱਖਰਾ ਮੰਨਿਆ। ਆਪਸ਼ਨ ਨੰਬਰ ਸੀ ਸਹੀ ਹੈ ਜੀ। 122 ਨੰਬਰ ਪ੍ਰਸ਼ਨ ਦੇਖਦੇ ਹਾਂ। ਕੁੜੀਆਂ ਚਿੱਤਰਕਾਰੀ ਵਿੱਚ ਵਧੀਆ ਹੁੰਦੀਆਂ ਹਨ ਤੇ ਮੁੰਡੇ ਖੇਡਾਂ ਵਿੱਚ। ਇਹ ਕਥਨ ਹੇਠ ਦਿੱਤਿਆਂ ਵਿੱਚੋਂ ਕਿਸ ਦਾ ਸਹੀ ਉਦਾਹਰਨ ਹੈ? ਪੱਖਪਾਤ ਦਾ, ਵਿਭਿੰਨਤਾ ਦਾ, ਪਰੰਪਰਾਗਤ, ਲਿੰਗ ਯੋਗਤਾ, ਵਿਭਿੰਨਤਾ, ਲਿੰਗ ਯੋਗਤਾ, ਪਰੰਪਰਾਗਤ। ਸੋ ਕਿਹੜੀ ਆਪਸ਼ਨ ਸਹੀ ਹੋਊਗੀ ਵੀ ਕੁੜੀਆਂ ਚਿੱਤਰਕਾਰੀ ਵਧੀਆ ਕਰ ਲੈਂਦੀਆਂ ਨੇ ਤੇ ਮੁੰਡੇ ਖੇਡਾਂ ਵਿੱਚ ਵਧੀਆ ਹੁੰਦੇ ਨੇ? ਸੋ ਇਹ ਪਰੰਪਰਾਗਤ ਹੈ ਜੀ, ਆਪਸ਼ਨ ਡੀ। ਹੋਰ ਕੋਈ ਗੱਲ ਨਹੀਂ ਹੁੰਦੀ, ਪਰੰਪਰਾ ਦੇ ਤੌਰ 'ਤੇ ਇਹ ਚੱਲਦੀਆਂ ਆਈਆਂ ਗੱਲਾਂ ਨੇ। ਜੇ ਮਤਲਬ ਮੁੰਡਿਆਂ ਨੂੰ ਹੀ ਪਰੰਪਰਾ ਦੇ ਤੌਰ 'ਤੇ ਆਪਾਂ ਚਿੱਤਰਕਾਰੀ ਕਰਾਉਣ ਲੱਗ ਜਾਈਏ, ਕੁੜੀਆਂ ਤੋਂ ਨਾ ਕਰਵਾਈਏ, ਤਾਂ ਮੁੰਡੇ ਚਿੱਤਰਕਾਰੀ 'ਚ ਵਧੀਆ ਹੋ ਜਾਣਗੇ। ਅਤੇ ਜੇ ਕੁੜੀਆਂ ਨੂੰ ਖੇਡਣ ਲਾ ਦਈਏ ਤਾਂ ਉਹ ਖੇਡਾਂ ਵਿੱਚ ਵਧੀਆ ਹੋਈਆਂ। ਪਰੰਪਰਾ ਹੀ ਆ ਵੀ ਕੁੜੀਆਂ ਚਿੱਤਰਕਾਰੀ ਵਾਲੇ ਪਾਸੇ ਵਧਾ ਦਿੱਤੀਆਂ ਜਾਂਦੀਆਂ ਨੇ ਅਤੇ ਮੁੰਡੇ ਖੇਡਾਂ ਵਾਲੇ ਪਾਸੇ ਤੋਰ ਦਿੱਤੇ ਜਾਂਦੇ ਨੇ। ਸੋ ਇਹ ਗੱਲਾਂ ਸਾਰੀਆਂ ਪਰੰਪਰਾ ਨਾਲ ਜੁੜੀਆਂ ਹੋਈਆਂ। ਆਪਸ਼ਨ ਨੰਬਰ ਡੀ ਸਹੀ ਹੈ ਜੀ। 123 ਨੰਬਰ ਪ੍ਰਸ਼ਨ ਦੋਸਤੋ, ਧਰਮ ਨਿਰਪੱਖਤਾ ਇਸ ਦਾ ਹਵਾਲਾ ਦਿੰਦਾ ਹੈ ਕਿ ਧਰਮ ਰਾਜ ਨਾਲੋਂ ਵੱਖਰਾ ਹੈ। ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਭਾਰਤ ਦੀ ਧਰਮ ਨਿਰਪੱਖਤਾ ਦੀ ਨੀਤੀ ਦੀ ਉਲੰਘਣਾ ਕਰਦਾ ਹੈ? ਰਾਜ ਧਰਮ ਤੋਂ ਦੂਰ ਰਹੇ, ਰਾਜ ਧਰਮ ਦੇ ਆਧਾਰ 'ਤੇ ਬਣੇ ਕਾਨੂੰਨ ਵਿੱਚ ਦਖਲ ਦੇਵੇ, ਰਾਜ ਆਰਥਿਕ ਰੂਪ ਵਿੱਚ ਮਦਦ ਦੇਵੇ ਤਾਂ ਕਿ ਧਰਮ ਦੇ ਆਧਾਰ 'ਤੇ ਸਕੂਲ ਖੋਲ੍ਹੇ ਜਾਣ, ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਜਾਣ। ਸੋ ਕਿਹੜੀ ਆਪਸ਼ਨ ਸਹੀ ਹੋਊ ਵੀ ਧਾਰਮਿਕ ਨਿਰਪੱਖਤਾ ਇਸ ਦਾ ਹਵਾਲਾ ਦਿੰਦਾ ਹੈ ਕਿ ਧਰਮ ਰਾਜ ਨਾਲੋਂ ਵੱਖਰਾ ਹੈ? ਸੋ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਭਾਰਤ ਦੀ ਧਰਮ ਨਿਰਪੱਖਤਾ ਦੀ ਨੀਤੀ ਦੀ ਉਲੰਘਣਾ ਕਰਦਾ ਹੈ? ਬਹੁਤ ਸਮਝਣ ਵਾਲੇ ਪ੍ਰਸ਼ਨ ਨੇ। ਆਪਸ਼ਨ ਨੰਬਰ ਡੀ ਸਹੀ ਹੈ, ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਜਾਣ। 123 ਦੇ ਅਨੁਸਾਰ ਆਪਸ਼ਨ ਨੰਬਰ ਡੀ ਸਹੀ ਹੈ ਜੀ। 124 ਨੰਬਰ ਪ੍ਰਸ਼ਨ ਦੋਸਤੋ, ਹੇਠਲੇ ਆਦੇਸ਼ਾਂ ਵਿੱਚੋਂ ਕਿਹੜਾ ਆਦੇਸ਼ ਜਨਰਲ ਪ੍ਰਵੇਸ਼ ਮੁਸ਼ੱਰਫ ਨੇ 2002 ਵਿੱਚ ਪਾਕਿਸਤਾਨ ਦੇ ਸੰਵਿਧਾਨ ਨੂੰ ਸੋਧਣ ਲਈ ਜਾਰੀ ਕੀਤਾ ਸੀ? ਸੋ 124 ਦੇ ਅਨੁਸਾਰ ਆਪਸ਼ਨ ਨੰਬਰ ਏ ਸਹੀ ਹੈ ਜੀ, ਲੀਗਲ ਫਰੇਮਵਰਕ ਆਰਡਰ। ਆਪਸ਼ਨ ਏ ਸਹੀ ਹੈ। 125 ਨੰਬਰ ਪ੍ਰਸ਼ਨ, ਹੇਠ ਲਿਖਤ ਵਿੱਚੋਂ ਕਿਹੜਾ ਕਥਨ ਲੋਕਤੰਤਰ ਲਈ ਸਹੀ ਨਹੀਂ ਹੈ? ਰਾਜਕਰਤਾ ਪਾਰਟੀ ਦੇ ਵੀ ਹਾਰਨ ਦੀ ਪੂਰੀ ਸੰਭਾਵਨਾ ਹੋ ਸਕਦੀ ਹੈ, ਕਿਸੇ ਵੀ ਤਰੀਕੇ ਨਾਲ ਚੋਣ ਹੋ ਸਕਦੀ ਹੈ, ਸੰਸਾਰ ਦਾ ਕੋਈ ਵੀ ਦੇਸ਼ ਇੱਕ ਆਦਰਸ਼ ਲੋਕਤੰਤਰ ਨਹੀਂ ਹੈ, ਲੋਕਤੰਤਰ ਦਾ ਸਭ ਤੋਂ ਇੱਕ ਆਮ ਰੂਪ ਪ੍ਰਤੀਨਿਧੀ ਲੋਕਤੰਤਰ ਹੈ। ਸੋ ਕਿਹੜੀ ਆਪਸ਼ਨ ਸਹੀ ਨਹੀਂ ਹੈ ਲੋਕਤੰਤਰ ਦੇ ਬਾਰੇ ਦੇ ਵਿੱਚ? 125 ਦੇ ਅਨੁਸਾਰ ਆਪਸ਼ਨ ਨੰਬਰ ਬੀ ਸਹੀ ਹੈ ਜੀ, ਕਿਸੇ ਵੀ ਤਰੀਕੇ ਨਾਲ ਚੋਣ ਹੋ ਸਕਦੀ ਹੈ। ਲੋਕਤੰਤਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਚੋਣ ਨਹੀਂ ਹੁੰਦੀ, ਲੋਕਤੰਤਰਕ ਤਰੀਕੇ ਨਾਲ ਹੀ ਚੋਣ ਹੁੰਦੀ ਹੈ। 126 ਨੰਬਰ ਪ੍ਰਸ਼ਨ ਜੀ, ਜਿਹੜੇ ਪ੍ਰਾਂਤ ਕਰਕ ਰੇਖਾ ਨੂੰ ਛੂਹਦੇ ਹਨ ਉਹਨਾਂ ਨੂੰ ਚੁਣੋ। ਸੋ ਕਰਕ ਰੇਖਾ ਭਾਰਤ ਦੇ 8 ਰਾਜਾਂ ਵਿੱਚੋਂ ਲੰਘਦੀ ਹੈ। ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਰਾਜ ਨੇ ਜਿਨ੍ਹਾਂ 'ਚ ਉਹ ਲੰਘਦੀ ਹੈ ਜੀ ਕਰਕ ਰੇਖਾ ਭਾਰਤ ਦਿਓ? ਸੋ 126 ਦੇ ਅਨੁਸਾਰ ਆਪਸ਼ਨ ਨੰਬਰ ਸੀ ਸਹੀ ਹੈ, ਮੱਧ ਪ੍ਰਦੇਸ਼, ਝਾਰਖੰਡ ਅਤੇ ਤ੍ਰਿਪੁਰਾ। ਇਹ 3 ਰਾਜ ਜ਼ਰੂਰ ਆਉਂਦੇ ਨੇ, 5 ਰਾਜ ਇਹਦੇ ਨਾਲ ਹੋਰ ਨੇ। 8 ਰਾਜਾਂ ਦੇ ਵਿੱਚੋਂ ਲੰਘਦੀ ਹੈ ਕਰਕ ਰੇਖਾ।
ਜਦੋਂ ਵੀ ਪ੍ਰਸ਼ਨ ਪੁੱਛਿਆ ਜਾਂਦਾ ਕਰਕ ਰੇਖਾ ਬਾਰੇ ਇਸ ਤਰ੍ਹਾਂ ਹੀ ਪੁੱਛਿਆ ਜਾਂਦਾ ਵੀ, ਜਾਂ ਪੁੱਛਿਆ ਜਾਂਦਾ ਵੀ ਇਹਨਾਂ 'ਚੋਂ ਕਿਹੜਾ ਹੈਗਾ ਹੇਠ ਲਿਖੀਆਂ ਆਪਸ਼ਨਾਂ 'ਚੋਂ, ਜਾਂ ਵੀ ਇਹਨਾਂ ਦੇ ਵਿੱਚ ਕਿਹੜਾ ਨਹੀਂ ਹੈ। 127 ਨੰਬਰ ਪ੍ਰਸ਼ਨ, ਦੁਨੀਆ ਦਾ ਸਭ ਤੋਂ ਤੇਜ਼ ਜ਼ਮੀਨ 'ਤੇ ਦੌੜਨ ਵਾਲਾ ਸਤਨਧਾਰੀ ਚੀਤਾ ਸਭ ਤੋਂ ਵਧੀਆ ਤੇ ਪ੍ਰਮੁੱਖ ਬਿੱਲੀਆਂ ਦੀ ਜਾਤੀ ਦਾ ਹਿੱਸਾ ਹੈ। 20ਵੀਂ ਸਦੀ ਤੋਂ ਪਹਿਲਾਂ ਚੀਤਾ ਵੱਡੇ ਪੈਮਾਨੇ 'ਤੇ ਅਫਰੀਕਾ ਤੇ ਏਸ਼ੀਆ ਵਿੱਚ ਮਿਲਦਾ ਸੀ। ਇਸ ਜਾਤੀ ਨੂੰ ਭਾਰਤ ਵਿੱਚ ਬਹੁਤ ਸਾਲ ਪਹਿਲਾਂ 1952 ਵਿੱਚ ਖਤਮ ਹੋਣ ਦੀ ਕਗਾਰ 'ਤੇ ਘੋਸ਼ਿਤ ਕੀਤਾ ਗਿਆ। ਇਸ ਕਾਰਨ 'ਤੇ ਏਸ਼ੀਆਈ ਚੀਤਾ ਖਤਮ ਹੋਣ ਦੀ ਕਗਾਰ 'ਤੇ ਹੈ। ਕਿਹਦੇ ਕਾਰਨ ਹੈ ਮਤਲਬ ਇਹ ਗੱਲ? ਆਲਸੀ ਤਪਸ, ਆਲਮੀ ਤਪਸ, ਪ੍ਰਦੂਸ਼ਣ, ਸਥਾਨਾਂਤਰਨ, ਆਸਰੇ ਤੇ ਭੋਜਨ ਦਾ ਘਟਣਾ। ਸੋ ਕਿਹੜੀ ਆਪਸ਼ਨ ਸਹੀ ਹੈ ਜੀ? ਆਪਸ਼ਨ ਨੰਬਰ ਡੀ, ਆਸਰੇ ਤੇ ਭੋਜਨ ਦਾ ਘਟਣਾ। ਇਹਦੇ ਕਰਕੇ ਮਤਲਬ ਇਹ ਚੀਤਾ ਜਿਹੜਾ ਅਲੋਪ ਹੋਣ ਦੀ ਕਗਾਰ 'ਤੇ ਘੋਸ਼ਿਤ ਕੀਤਾ ਗਿਆ ਸੀ। 128 ਨੰਬਰ ਪ੍ਰਸ਼ਨ ਪੜ੍ਹਦੇ ਹਾਂ। ਹੇਠ ਲਿਖੇ ਕਥਨਾਂ 'ਤੇ ਧਿਆਨ ਦਿਓ ਤੇ ਸਭ ਤੋਂ ਸਹੀ ਉੱਤਰ ਚੁਣੋ। ਸੋ ਇਹ ਸਾਰੀਆਂ ਆਪਸ਼ਨਾਂ ਤੁਸੀਂ ਪੜ੍ਹ ਲਿਓ। ਥੱਲੇ ਜਾ ਕੇ ਉੱਤਰ ਬਣਦੇ ਨੇ 1, 2 ਤੇ 3 ਸਹੀ ਹਨ, 1, 3 ਤੇ 4 ਸਹੀ ਹਨ, ਕੇਵਲ 1 ਸਹੀ ਹੈ, ਸਭ ਸਹੀ ਹਨ। ਸੋ ਕਿਹੜੀ ਆਪਸ਼ਨ ਸਹੀ ਬਣਦੀ ਹੈ 128 ਦੇ ਅਨੁਸਾਰ? ਆਪਸ਼ਨ ਨੰਬਰ ਬੀ, 1, 3 ਤੇ 4, 1, 3 ਤੇ 5 ਸਹੀ ਹਨ ਜੀ। ਆਪਸ਼ਨ ਨੰਬਰ ਸੀ ਸਹੀ, ਬੀ ਸਹੀ ਆ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 129 ਨੰਬਰ, ਸਵੀਡਿਸ਼ ਮਾਹਰ ਫਾਲਕਨ ਮਾਰਕ ਅਨੁਸਾਰ ਪਾਣੀ ਦੀ ਕਮੀ ਤਾਂ ਹੁੰਦੀ ਹੈ ਜਦ ਪਾਣੀ ਦੀ ਉਪਲਬਧਤਾ ਘੱਟ ਹੁੰਦੀ ਹੈ। ਉਸ ਦੇ ਅਨੁਸਾਰ ਪਾਣੀ ਦਾ ਦਬਾਅ ਹਰਕਤ ਵਿੱਚ ਆਉਂਦਾ ਹੈ ਜਦ ਪਾਣੀ ਦੀ ਉਪਲਬਧਤਾ ਘੱਟ ਹੁੰਦੀ ਹੈ। ਸੋ 129 ਨੰਬਰ ਪ੍ਰਸ਼ਨ ਦੀ ਗ੍ਰੇਸ ਮਿਲੀ ਹੋਈ ਹੈ ਜੀ। ਸੋ ਇਹ ਗ੍ਰੇਸ ਅੰਕ ਮਿਲੇ ਹੋਏ ਨੇ ਇਹਦੇ। ਸੋ ਇਹ ਧਿਆਨ 'ਚ ਰੱਖਿਓ, ਤੁਸੀਂ ਸਾਰੀਆਂ ਆਪਸ਼ਨਾਂ ਪੜ੍ਹ ਲਿਓ। 130 ਨੰਬਰ ਪ੍ਰਸ਼ਨ ਜੀ, ਹੇਠ ਲਿਖੇ ਦੋ ਕਥਨਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਸਹੀ ਉੱਤਰ ਚੁਣੋ। ਭਾਰਤ ਵੱਖਰੇ ਵੱਖਰੇ ਖਣਿਜ ਦਾ ਕਾਫੀ ਅਮੀਰ ਸਰੋਤ ਹੈ। ਭਾਰਤ ਵਿੱਚ ਖਣਿਜਾਂ ਦੇ ਨਿਰਮਾਣ ਵਿੱਚ ਵੱਖਰਾ ਵੱਖਰਾ ਸਮਾਂ ਤੇ ਭੂਗੋਲਿਕ ਢਾਂਚਾ ਤੇ ਕਿਰਿਆ ਸ਼ਾਮਲ ਹੈ। ਇਹ ਆਪਸ਼ਨ 1 ਤੇ 2 ਦੋਨੋਂ ਸਹੀ ਨੇ। 1, 2 ਦਾ ਕਾਰਨ ਹੈ, 1 ਤੇ 2 ਦੋਨੋਂ ਸਹੀ ਤੇ 1, 2 ਦਾ ਕਾਰਨ ਨਹੀਂ। ਸੋ ਇਹ ਕਿਹੜੀਆਂ ਆਪਸ਼ਨਾਂ ਸਹੀ ਹੋਣਗੀਆਂ ਧਿਆਨ ਨਾਲ ਪੜ੍ਹ ਲਿਓ। ਆਪਸ਼ਨ ਨੰਬਰ ਏ ਸਹੀ ਹੈ ਜੀ। 1 ਤੇ 2 ਦੋਨੋਂ ਸਹੀ ਤੇ 1 ਤੇ 2 ਦਾ ਕਾਰਨ ਹੈ। ਆਪਸ਼ਨ ਨੰਬਰ ਏ ਸਹੀ ਹੈ ਜੀ। ਭਾਰਤ ਵੱਖਰੇ ਵੱਖਰੇ ਖਣਿਜ ਦਾ ਕਾਫੀ ਅਮੀਰ ਸਰੋਤ ਹੈ, ਇਹ ਸਹੀ ਹੈ ਗੱਲ। ਭਾਰਤ ਵਿੱਚ ਖਣਿਜ ਦੇ ਨਿਰਮਾਣ ਵਿੱਚ ਵੱਖਰਾ ਵੱਖਰਾ ਸਮਾਂ ਤੇ ਭੂਗੋਲਿਕ ਢਾਂਚਾ ਤੇ ਕਿਰਿਆ ਸ਼ਾਮਲ ਹੈ, ਇਹ ਵੀ ਗੱਲ ਸਹੀ ਹੈ। 1 ਤੇ 2 ਦੋਨੇ ਵੀ ਸਹੀ ਨੇ ਤੇ 1 ਤੇ 2 ਦਾ ਕਾਰਨ ਹੈ। 1 ਹੈ ਜਿਹੜੀ ਪਹਿਲੀ ਹੈ ਜਿਹੜੀ ਉਹ ਦੂਜੇ ਦਾ ਕਾਰਨ ਹੈਗੀ। ਸੋ ਇਹ ਆਪਸ਼ਨ ਨੰਬਰ ਏ ਬਣਦੀ ਹੈ। 131 ਨੰਬਰ ਪ੍ਰਸ਼ਨ, ਸੌਰ ਮੰਡਲ ਵਿੱਚ ਅੰਦਰਲੇ ਗ੍ਰਹਿ ਸੂਰਜ ਦੇ ਬਹੁਤ ਨਜ਼ਦੀਕ ਹੁੰਦੇ ਹਨ ਜੋ ਚਟਾਨਾਂ ਦੇ ਬਣੇ ਹਨ। ਹੇਠਾਂ ਦਿੱਤੇ ਗਏ ਵਿੱਚੋਂ ਕਿਹੜਾ ਗ੍ਰਹਿ ਨਜ਼ਦੀਕੀ ਹੈ? ਮੰਗਲ, ਬ੍ਰਹਿਸਪਤੀ, ਸ਼ਨੀ ਜਾਂ ਯੂਰੇਨਸ। ਸੋ ਕਿਹੜੀ ਆਪਸ਼ਨ ਸਹੀ ਹੈ ਜੀ 131 ਦੇ ਅਨੁਸਾਰ? ਆਪਸ਼ਨ ਨੰਬਰ ਏ ਮੰਗਲ। ਆਪਸ਼ਨ ਨੰਬਰ ਏ ਸਹੀ ਹੈ ਜੀ। 132 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਸੌਰ ਮੰਡਲ ਵਿੱਚ ਤਾਰੇ, ਗ੍ਰਹਿ ਤੇ ਉਪਗ੍ਰਹਿ ਹਿੱਸਾ ਹਨ। ਬਹੁਤ ਸਾਰੇ ਛੋਟੇ ਪਿੰਡ ਵੀ ਸੂਰਜ ਦੁਆਲੇ ਘੁੰਮਦੇ ਹਨ। ਇਹਨਾਂ ਛੋਟੇ ਪਿੰਡਾਂ ਨੂੰ ਲਘੂ ਗ੍ਰਹਿ ਕਿਹਾ ਜਾਂਦਾ ਹੈ। ਇਹ ਮਿਲਦੇ ਹਨ ਧਰਤੀ ਦੀ ਧੁਰੀ ਤੇ ਮੰਗਲ ਵਿਚਕਾਰ, ਸ਼ੁੱਕਰ ਦੀ ਧੁਰੀ ਤੇ ਧਰਤੀ ਵਿਚਕਾਰ, ਬ੍ਰਹਿਸਪਤੀ ਦੀ ਧੁਰੀ ਤੇ ਸ਼ਨੀ ਵਿਚਕਾਰ, ਮੰਗਲ ਦੀ ਧੁਰੀ ਤੇ ਬ੍ਰਹਿਸਪਤੀ ਵਿਚਕਾਰ। ਸੋ 132 ਦੇ ਅਨੁਸਾਰ ਆਪਸ਼ਨ ਨੰਬਰ ਡੀ ਸਹੀ ਹੈ ਜੀ। ਮੰਗਲ ਦੀ ਧੁਰੀ ਤੇ ਬ੍ਰਹਿਸਪਤੀ ਦੇ ਵਿਚਕਾਰ ਇਹ ਮਿਲਦੇ ਹਨ ਜੀ। 133 ਨੰਬਰ ਪ੍ਰਸ਼ਨ, ਨਿਰੀਖਣ ਦੇ ਖੇਤਰ ਵਿੱਚ ਕਿਹੜੀ ਸਟੇਜ ਪਹਿਲੀ ਹੈ? ਉਦੇਸ਼, ਸਮੱਸਿਆਵਾਂ ਦਾ ਵਿਸ਼ਲੇਸ਼ਣ, ਸੁਭਾਵਨਾ, ਸੰਦ ਤੇ ਤਕਨੀਕ। ਸੋ ਨਿਰੀਖਣ ਦੇ ਖੇਤਰ ਵਿੱਚ ਕਿਹੜੀ ਸਟੇਜ ਪਹਿਲੀ ਹੈ 133 ਦੇ ਅਨੁਸਾਰ? ਆਪਸ਼ਨ ਨੰਬਰ ਬੀ ਸਹੀ ਹੈ ਜੀ, ਸਮੱਸਿਆਵਾਂ ਦਾ ਵਿਸ਼ਲੇਸ਼ਣ। 134 ਨੰਬਰ, ਮਧਿਆਨ ਰੇਖਾ ਪ੍ਰਾਈਮ ਮੈਰੀਡੀਅਨ ਦੇ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਇਹ ਉਸ ਥਾਂ ਤੋਂ ਲੰਘਦੀ ਹੈ ਜਿੱਥੇ ਸ਼ਾਹੀ ਬ੍ਰਿਟਿਸ਼ ਅਵਲੋਕਨਸ਼ਾਲਾ ਸਥਿਤ ਹੈ। ਇਹ ਧਰਤੀ ਨੂੰ 2 ਬਰਾਬਰ ਹਿੱਸੇ ਵੰਡਦੀ ਹੈ, ਉੱਤਰੀ ਗੋਲਾਰਧ ਤੇ ਦੱਖਣੀ ਗੋਲਾਰਧ। ਇਸ ਦਾ ਮਾਨ ਲੌਂਗੀਟਿਊਡ ਤੇ 0 ਡਿਗਰੀ ਹੈ। ਇਸ ਦਾ ਵਿਸਤਾਰ 180 ਡਿਗਰੀ ਪੂਰਬ ਵੱਲ ਤੇ 180 ਡਿਗਰੀ ਹੀ ਪੱਛਮ ਵੱਲ ਹੈ।
ਸੋ ਕਿਹੜੀ ਆਪਸ਼ਨ ਸਹੀ ਨਹੀਂ ਹੈ। ਮੱਧਿਆਨ ਰੇਖਾ ਦੇ ਬਾਰੇ ਵਿੱਚ ਪੁੱਛਿਆ ਗਿਆ 134 ਦਾ ਜਿਓਗ੍ਰਾਫੀ ਨਾਲ ਸੰਬੰਧਿਤ ਪ੍ਰਸ਼ਨ ਹੈਗਾ। ਇਹ ਆਪਸ਼ਨ ਨੰਬਰ ਬੀ ਸਹੀ ਹੈ ਜੀ। ਇਹ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਉੱਤਰੀ ਗੋਲਾਰਧ ਤੇ ਦੱਖਣੀ ਗੋਲਾਰਧ। ਸੋ ਇਹ ਮਤਲਬ ਨਾ ਜਿਹੜੀ ਰੇਖਾ ਹੈ ਇਹ ਮਤਲਬ ਪੂਰਬੀ ਗੋਲਾਰਧ ਤੇ ਪੱਛਮੀ ਗੋਲਾਰਧ ਇਸ ਤਰੀਕੇ ਨਾਲ ਬਣਦੀ ਹੈ, ਉੱਤਰੀ ਤੇ ਦੱਖਣੀ ਦੇ ਹਿਸਾਬ ਨਾਲ ਨਹੀਂ ਬਣਦੀ ਜੀ ਇਹ। ਸੋ ਆਪਸ਼ਨ ਨੰਬਰ ਬੀ ਸਹੀ ਹੈ ਜਿਹੜੀ ਮਤਲਬ ਗਲਤ ਆਪਸ਼ਨ ਹੈਗੀ। 135 ਨੰਬਰ ਪ੍ਰਸ਼ਨ ਦੇਖਦੇ ਹਾਂ। ਕੁਦਰਤੀ ਵਨਸਪਤੀਆਂ ਦੀ ਪੈਦਾਵਾਰ ਵਿੱਚ ਇੱਥੇ ਬਹੁਤ ਸੀਮਿਤ ਹੈ, ਸਿਰਫ ਕਾਈ, ਕਣਕ ਅਤੇ ਬਹੁਤ ਛੋਟੀਆਂ ਝਾੜੀਆਂ ਹੀ ਮਿਲਦੀਆਂ ਹਨ। ਇਹ ਸਭ ਵਨਸਪਤੀਆਂ ਯੂਰਪ ਦੇ ਧਰੁਵੀਆਂ ਇਲਾਕੇ ਕੋਲ ਉੱਤਰੀ ਅਮਰੀਕਾ ਵਿੱਚ ਹਨ। ਜਾਨਵਰਾਂ ਦੀ ਮੋਟੀ ਚਮੜੀ ਤੇ ਫਰ ਉਹਨਾਂ ਨੂੰ ਠੰਡੇ ਮੌਸਮ ਤੋਂ ਬਚਾਉਂਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਵਨਸਪਤੀ ਹੈ ਜੀ। ਇਹ ਸਾਰੀਆਂ ਗੱਲਾਂ ਕਿਹੜੀ ਵਨਸਪਤੀ 'ਚੋਂ ਮਿਲਦੀਆਂ ਨੇ। ਰੇਗਿਸਤਾਨੀ ਵਨਸਪਤੀ, ਉਸ਼ਣਕਟੀਬੰਧੀ, ਸਦਾਬਹਾਰ ਜੰਗਲ, ਸੀਤੋਸ਼ਣ ਘਾਹ ਦੇ ਮੈਦਾਨ, ਟੁੰਡਰਾ ਵਨਸਪਤੀ। ਸੋ 135 ਦੇ ਅਨੁਸਾਰ ਆਪਸ਼ਨ ਨੰਬਰ ਡੀ ਸਹੀ ਹੈ ਜੀ, ਟੁੰਡਰਾ ਵਨਸਪਤੀ। 137 ਨੰਬਰ ਪ੍ਰਸ਼ਨ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਖੇਤੀਬਾੜੀ ਪ੍ਰਬੰਧ ਵਿੱਚ ਫਲ, ਸਬਜ਼ੀਆਂ ਤੇ ਫੁੱਲਾਂ ਦੇ ਉਗਾਉਣ ਬਾਰੇ ਵਿਸਤਾਰ ਦਿੰਦਾ ਹੈ। ਸਥਾਨਾਂਤਰਨ ਖੇਤੀ, ਰੋਪਣ, ਬਾਗਬਾਨੀ, ਸੰਘਣੀ ਖੇਤੀ। ਸੋ ਖੇਤੀਬਾੜੀ ਐਗਰੀਕਲਚਰ ਦੇ ਨਾਲ ਸੰਬੰਧਿਤ ਆਪਣਾ ਇਹ ਪ੍ਰਸ਼ਨ ਹੈ ਜੀ। ਆਪਸ਼ਨ ਨੰਬਰ ਸੀ ਹੋਊਗਾ ਬਾਗਬਾਨੀ। ਆਪਸ਼ਨ ਨੰਬਰ ਸੀ ਸਹੀ ਹੈ। 137 ਨੰਬਰ ਦੇਖਦੇ ਹਾਂ। ਭਾਰਤ ਵਿੱਚ ਵਾਧੇ ਦੀ ਦਰ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਮਤਲਬ ਕਿਹੜੀ ਆਪਸ਼ਨ ਸਹੀ ਹੋਊਗੀ 137 ਦੇ ਅਨੁਸਾਰ। ਆਪਸ਼ਨ ਨੰਬਰ ਏ। ਸਾਰੀਆਂ ਆਪਸ਼ਨਾਂ ਤੁਸੀਂ ਪੜ੍ਹ ਲਿਓ। ਇਲਾਕੇ ਜੋ ਖੇਤੀਬਾੜੀ ਦੇ ਇਸਤੇਮਾਲ ਵਿੱਚ ਨਹੀਂ। ਆਪਸ਼ਨ ਨੰਬਰ ਏ ਸਹੀ ਹੈ ਜੀ। 138 ਨੰਬਰ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਸ਼ਟਰ ਡਾਟਾ ਫਾਰਮੈਟ ਲਈ ਲਾਭਕਾਰੀ ਨਹੀਂ ਹੈ। ਸੋ ਕਿਹੜੀ ਆਪਸ਼ਨ ਹੈ ਜੀ 138 ਪ੍ਰਸ਼ਨ ਦੇ ਅਨੁਸਾਰ। ਆਪਸ਼ਨ ਨੰਬਰ ਡੀ, ਕੰਪੈਕਟ ਡਾਟਾ ਸਟਰਕਚਰ। ਆਪਸ਼ਨ ਨੰਬਰ ਡੀ ਸਹੀ ਹੈ ਜੀ। ਸੰਸਾਧਨ ਯੋਜਨਾ ਇੱਕ ਜਟਿਲ ਪ੍ਰਕਿਰਿਆ ਹੈ ਜੋ ਕਿ ਸੋ ਆਪਸ਼ਨਾਂ ਤੁਸੀਂ ਸਾਰੀਆਂ ਪੜ੍ਹ ਲੈਣੀਆਂ ਨੇ ਜੀ। 139 ਦੇ ਨੰਬਰ ਅਨੁਸਾਰ ਆਪਸ਼ਨ ਨੰਬਰ ਡੀ ਸਹੀ ਹੈ। ਸਾਰੀਆਂ ਆਪਸ਼ਨਾਂ ਸਹੀ ਨੇ ਜੀ। ਆਪਸ਼ਨ ਨੰਬਰ ਡੀ ਸਹੀ ਹੈ। 140 ਨੰਬਰ। ਚਾਹ ਦੇ ਬਾਰੇ ਕਿਹੜਾ ਕਥਨ ਗਲਤ ਹੈ। ਇਹ ਪੱਤੀਆਂ ਕੈਫੀਨ ਤੇ ਟੈਨਿਨ ਨਾਲ ਭਰਪੂਰ ਹਨ। ਇਹ ਉੱਤਰੀ ਚੀਨ ਦੀਆਂ ਪਹਾੜੀਆਂ ਦੀ ਇੱਕ ਮੂਲ ਫਸਲ ਹੈ। ਪਹਾੜੀ ਖੇਤਰ ਵਿੱਚ ਉਬੜ ਖਾਬੜ ਜ਼ਮੀਨ ਤੇ ਉਗਦੀ ਹੈ। ਭਾਰਤ ਵਿੱਚ 1842 ਵਿੱਚ ਅਸਾਮ ਦੀ ਬ੍ਰਹਮਪੁੱਤਰ ਘਾਟੀ ਵਿੱਚ ਚਾਹ ਉਗਾਉਣੀ ਸ਼ੁਰੂ ਹੋਈ। ਸੋ ਕਿਹੜਾ ਕਥਨ ਗਲਤ ਹੈ ਜੀ ਇਹ ਪੁੱਛਿਆ ਗਿਆ 140 ਦੇ ਅਨੁਸਾਰ। ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਸਹੀ ਹੈ ਜੀ। ਇਹ ਗਲਤ ਹੈ ਆਪਸ਼ਨ, ਮਤਲਬ ਇਹਦੇ ਮੁਤਾਬਕ ਆਪਸ਼ਨ ਇਹ ਸਹੀ ਬਣੂਗੀ। 141 ਨੰਬਰ ਪੜ੍ਹਦੇ ਹਾਂ। ਬਿਨਾਂ ਬੋਝ ਦੇ ਸਿੱਖਿਆ ਰਿਪੋਰਟ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੀ ਸਿਫਾਰਿਸ਼ ਕੀਤੀ ਗਈ। ਸੋ ਵਿਸ਼ਲੇਸ਼ਣ ਬਿਨਾਂ ਕਿਸੇ ਸਿੱਖਿਆ ਦੇ ਬੋਝ ਤੋਂ, ਧਾਰਨਾਵਾਂ ਦੇ ਬਦਲੇ ਸਮਾਜਿਕ ਤੇ ਰਾਜਨੀਤਿਕ ਸੱਚਾਈਆਂ ਨੂੰ ਪਰਖਣਾ, ਸੰਪੂਰਨਤਾ ਦੀ ਥਾਂ ਤੇ ਧਾਰਨਾਵਾਂ ਨੂੰ ਕੇਂਦਰਿਤ ਕਰਨਾ, ਭਵਿੱਖ ਦੇ ਉਦੇਸ਼ਾਂ ਬਿਨਾਂ ਸੋਚਦੇ ਹੋਏ ਗਿਆਨ ਪ੍ਰਾਪਤ ਕਰਨਾ। ਸੋ ਬਿਨਾਂ ਬੋਝ ਦੇ ਸਿੱਖਿਆ ਰਿਪੋਰਟ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੀ ਸਿਫਾਰਿਸ਼ ਕੀਤੀ ਗਈ ਹੈ ਜੀ 141 ਦੇ ਅਨੁਸਾਰ। ਆਪਸ਼ਨ ਨੰਬਰ ਬੀ ਸਹੀ ਹੈ ਜੀ। ਧਾਰਨਾਵਾਂ ਦੇ ਬਦਲੇ ਸਮਾਜ ਦੇ ਰਾਜਨੀਤਿਕ ਸੱਚਾਈਆਂ ਨੂੰ ਪਰਖਣਾ। ਆਪਸ਼ਨ ਨੰਬਰ ਬੀ ਸਹੀ ਹੈ। 142 ਨੰਬਰ ਪੜ੍ਹਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜੇ ਮੁਲਾਂਕਣ ਵਿਦਿਆਰਥੀ ਦੀ ਸਿਖਲਾਈ ਦੀ ਤਰੱਕੀ ਤੇ ਮੱਧ ਕੋਰਸ ਸੁਧਾਰਨ ਦੀ ਯੋਜਨਾ ਨੂੰ ਦਰਸਾਉਂਦੇ ਹਨ। ਫਾਰਮੈਟਿਕ ਮੁਲਾਂਕਣ, ਸਵੈਟਿਵ ਮੁਲਾਂਕਣ, ਮੁੱਲਾਂ ਸੰਬੰਧੀ ਮੁਲਾਂਕਣ, ਅੰਤਿਮ ਮੁਲਾਂਕਣ। ਸੋ 142 ਦੇ ਅਨੁਸਾਰ ਆਪਸ਼ਨ ਨੰਬਰ ਏ ਹੈ ਫਾਰਮੈਟਿਵ ਮੁਲਾਂਕਣ ਜੀ। ਆਪਸ਼ਨ ਨੰਬਰ ਏ ਸਹੀ ਹੈ। 143 ਨੰਬਰ ਪ੍ਰਸ਼ਨ। ਵੰਗਾਰ ਅਨੁਸਾਰ ਸਮਾਜਿਕ ਵਿਗਿਆਨ ਦੀ ਚੇਤਨਤਾ ਕੋਈ ਸਰਲ ਪ੍ਰਕਿਰਿਆ ਨਹੀਂ ਹੈ। ਵੈਗਨਰ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਮੁੱਦਾ ਸਮਾਜਿਕ ਵਿਗਿਆਨ ਨਾਲ ਵਿਰੋਧ ਨਹੀਂ ਕਰਦਾ। ਤਾਰਕਿਕਤਾ, ਉਪਯੋਗਤਾ, ਜੀਵਕ ਕੇਂਦਰਿਕ ਢਾਂਚਾ। ਸੋ 143 ਦੇ ਅਨੁਸਾਰ ਆਪਸ਼ਨ ਨੰਬਰ ਸੀ ਜੈਵਿਕ ਕੇਂਦਰਤਾ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਨੇਮ ਦੇ ਸਿਧਾਂਤ
ਵਿਦਿਆਰਥੀਆਂ ਨੂੰ ਦਿੱਤਾ ਜਾਵੇ ਤਾਂ ਜੋ ਉਦਾਹਰਨ ਸਹਿਤ ਆਪਣੇ ਆਪ ਨੂੰ ਸਿੱਧ ਕਰ ਸਕਣ। ਆਗਮਨ ਵਿਧੀ, ਨਿਗਮਨ ਵਿਧੀ, ਨਿਰੀਖਣ ਵਿਧੀ, ਤੁਲਨਾਤਮਕ ਵਿਧੀ। ਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਨੇਮ ਦੇ ਸਿਧਾਂਤ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਤਾਂ ਜੋ ਉਦਾਹਰਨ ਸਹਿਤ ਆਪਣੇ ਆਪ ਨੂੰ ਸਿੱਧ ਕਰ ਸਕਣ। ਸੋ ਆਪਸ਼ਨ ਨੰਬਰ ਬੀ ਸਹੀ ਹੈ ਜੀ, ਨਿਗਮਨ ਵਿਧੀ। 145 ਨੰਬਰ ਪ੍ਰਸ਼ਨ, ਸਮਾਜ ਸ਼ਾਸਤਰ ਦੀ ਕਲਪਨਾ ਸਭ ਤੋਂ ਪਹਿਲਾਂ ਕਿਸਨੇ ਕੀਤੀ? ਸਮਾਜ ਸ਼ਾਸਤਰ ਦੀ ਕਲਪਨਾ ਸਭ ਤੋਂ ਪਹਿਲਾਂ ਕੀਤੀ ਸੀ ਜੀ, ਆਪਸ਼ਨ ਨੰਬਰ ਏ ਸਹੀ ਹੈ, ਅਗਸਤੇ ਕਾਮਤੇ। ਆਪਸ਼ਨ ਨੰਬਰ ਏ ਸਹੀ ਹੈ। ਸੋ ਦੋਸਤੋ 146 ਨੰਬਰ ਪ੍ਰਸ਼ਨ ਪੜ੍ਹਦੇ ਹਾਂ। 2016 ਵਾਲਾ PS ਟੈਟ ਪੇਪਰ 2 ਹੈ ਜੀ, SST ਦੇ ਨਾਲ ਸੰਬੰਧਿਤ। ਸੋ ਇਹ ਅੱਜ ਆਪਣਾ ਸਾਰਾ ਕਵਰ ਹੋ ਜਾਊਗਾ। ਇਹ ਕਰਨਾ ਤੁਹਾਡੇ ਲਈ ਅਤੀ ਜ਼ਰੂਰੀ ਹੈ, ਇਹਦੇ ਨਾਲ ਤੁਹਾਡੀ ਸਮਝ ਸ਼ਕਤੀ ਵੱਧਦੀ ਹੈ। ਐਗਜ਼ਾਮੀਨਰ ਕਿਹੋ ਜਿਹੇ ਪ੍ਰਸ਼ਨ ਤੁਹਾਨੂੰ ਪਾ ਸਕਦਾ ਹੈ, ਇਹ ਵੀ ਤੁਹਾਡੀ ਜਿਹੜੀ ਹੈਗੀ ਹੈ ਪਕੜ ਬਣਦੀ ਹੈ। 146 ਨੰਬਰ ਪੜ੍ਹਦੇ ਹਾਂ। ਸਮਾਜਿਕ ਗਿਆਨ ਦੀ ਜਮਾਤ ਦੇ ਸੰਦਰਭ ਵਿੱਚ ਅਸੀਂ ਮੰਨਦੇ ਹਾਂ ਕਿ ਸਮਾਜ ਸੰਸਕ੍ਰਿਤੀ ਤੇ ਵਰਗ ਦਾ ਭੇਦ ਵਾਇਸ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਇਸ ਸਥਿਤੀ ਵਿੱਚ ਕਿਹੜੀ ਵਿਧੀ ਪੜ੍ਹਾਉਣ ਲਈ ਹੋਣੀ ਚਾਹੀਦੀ ਹੈ? ਸੋ 146 ਦੇ ਅਨੁਸਾਰ ਆਪਸ਼ਨ ਨੰਬਰ ਏ ਸਹੀ ਹੈ ਜੀ, ਅਧਿਆਪਨ ਖੁੱਲ੍ਹੇਪਣ ਵਾਲਾ ਹੋਣਾ ਚਾਹੀਦਾ ਜੀ। ਆਪਸ਼ਨ ਨੰਬਰ ਏ ਸਹੀ ਹੈ। ਇਹ ਬਾਕੀ ਆਪਸ਼ਨਾਂ ਜਿਹੜੀਆਂ ਗਲਤ ਨੇ ਤੁਸੀਂ ਪੜ੍ਹ ਲੈਣੀਆਂ ਸਾਰੀਆਂ। ਗੁਲਾਬੇਕੀਅਨ ਕੰਪੀਸ਼ਨ ਰਿਪੋਰਟ 1850 1914 ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸਮਾਜਿਕ ਵਿਗਿਆਨ ਨਹੀਂ ਮੰਨਿਆ ਜਾਣਾ ਚਾਹੀਦਾ? ਮਾਨਵ ਸ਼ਾਸਤਰ ਨੂੰ, ਸਮਾਜ ਸ਼ਾਸਤਰ ਨੂੰ, ਮਨੋਵਿਗਿਆਨ ਨੂੰ, ਅਰਥ ਸ਼ਾਸਤਰ ਨੂੰ। ਸੋ 147 ਦੇ ਅਨੁਸਾਰ ਆਪਸ਼ਨ ਨੰਬਰ ਸੀ ਸਹੀ ਹੈ ਜੀ, ਮਨੋਵਿਗਿਆਨ ਨੂੰ। ਇਹ ਪਹਿਲਾਂ ਵੀ ਪ੍ਰਸ਼ਨ ਕਰਵਾਇਆ ਹੋਇਆ ਆਪਾਂ। 148 ਨੰਬਰ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸਮਾਜਿਕ ਵਿਗਿਆਨ ਦੀ ਸਦੀ ਕਿਹਾ ਜਾਂਦਾ? 18ਵੀਂ, 19ਵੀਂ, 20ਵੀਂ ਜਾਂ 21ਵੀਂ? ਕਿਹਨੂੰ ਸਮਾਜਿਕ ਵਿਗਿਆਨ ਦੀ ਸਦੀ ਕਿਹਾ ਜਾਂਦਾ ਜੀ? ਆਪਸ਼ਨ ਨੰਬਰ ਸੀ ਸਹੀ ਹੈ, 20ਵੀਂ ਸਦੀ ਨੂੰ। 149 ਨੰਬਰ ਪ੍ਰਸ਼ਨ, ਸਮਾਜਿਕ ਵਿਗਿਆਨ ਦੇ ਵਿਸ਼ੇ ਸੰਬੰਧੀ ਇਹ ਮੰਨਿਆ ਜਾਂਦਾ ਹੈ ਇਸ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਸੰਬੰਧ ਸਾਡੇ ਰੋਜ਼ਾਨਾ ਜੀਵਨ ਦੀਆਂ ਸੱਚਾਈਆਂ ਨਾਲ ਨਹੀਂ ਹੈ। ਹੇਠ ਦਿੱਤੇ ਗਏ ਅਧਿਆਪਨ ਤਰੀਕੇ ਕੀ ਇਸ ਵਿਚਾਰਧਾਰਾ ਨੂੰ ਤੋੜਨ ਵਿੱਚ ਸਹਾਇਕ ਸਿੱਧ ਹੋਣਗੇ? ਕਹਾਣੀ ਸੁਣਾਉਣ ਦੀ ਤਕਨੀਕ, ਸਮੁਦਾਇਕ ਸਾਧਨ ਤਕਨੀਕ, ਪਾਠ ਪੁਸਤਕ ਤਕਨੀਕ, ਪ੍ਰਸ਼ਨ ਉੱਤਰ ਤਕਨੀਕ। ਸੋ 149 ਦੇ ਅਨੁਸਾਰ ਪ੍ਰਸ਼ਨ ਨੰਬਰ 149 ਆਪਸ਼ਨ ਨੰਬਰ ਬੀ ਸਹੀ ਹੈ ਜੀ, ਸਮੁਦਾਇਕ ਸਾਧਨ ਤਕਨੀਕ। ਆਪਸ਼ਨ ਬੀ ਸਹੀ ਹੈ ਜੀ। ਸੋ ਆਖਰੀ ਪ੍ਰਸ਼ਨ ਹੈ ਜੀ ਅੱਜ ਦੇ ਵੀਡੀਓ ਲੈਕਚਰ ਦਾ ਆਪਣਾ 2016 ਵਾਲੇ ਪੇਪਰ ਦਾ SST ਦੇ ਜਾਂ ਤੁਹਾਡੇ ਸਾਰੇ ਸਿਲੇਬਸ ਦੇ ਨਾਲ ਸੰਬੰਧਿਤ। ਜੇਕਰ ਤੁਸੀਂ ਨੋਟਸ ਲੈਣੇ ਆ ਤਾਂ ਸੰਪਰਕ ਕਰ ਸਕਦੇ ਹੋ ਜੀ ਨੰਬਰ 'ਤੇ। ਇਹ ਨੰਬਰ ਹੈਗਾ 88 474 77007 ਜੀ। ਸੋ ਇਸ ਨੰਬਰ ਤੇ ਫੋਨ ਕਰਕੇ SST ਦੇ ਵਿਸ਼ੇ ਦੇ ਨਾਲ ਸੰਬੰਧਿਤ PS ਟੈਟ ਪੇਪਰ 2 ਮਤਲਬ SST ਦੇ ਨਾਲ ਸੰਬੰਧਿਤ ਹੈ ਜਿਹੜਾ ਸਾਇੰਸ ਮੈਥ ਤੋਂ ਬਿਨਾ, ਉਹਦੇ ਸਾਰੇ ਨੋਟਸ ਮਿਲਣਗੇ। PS ਟੈਟ 1 ਵਾਸਤੇ ਚਾਈਲਡ ਸਾਈਕੋਲੋਜੀ ਤੇ ਪੰਜਾਬੀ ਪੈਡਾਗੋਗੀ, ਇੰਗਲਿਸ਼ ਪੈਡਾਗੋਗੀ, ਪੰਜਾਬੀ ਗ੍ਰਾਮਰ, ਇਹ ਮਿਲਣਗੇ ਜੀ ਨੋਟਸ। ਤੁਸੀਂ ਫੋਨ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ। ਸੋ ਆਖਰੀ ਪ੍ਰਸ਼ਨ ਕਰੀਏ, ਕਿਸੇ ਦੀ ਸਮਝ ਬਣਾਉਣ ਲਈ ਨੈਸ਼ਨਲ ਕਰੀਕੁਲਮ ਫਰੇਮਵਰਕ 2005 ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਸ ਨੂੰ ਮਹੱਤਵਪੂਰਨ ਮੰਨਿਆ ਗਿਆ? ਕੇਵਲ ਪਾਠ ਪੁਸਤਕ ਹੀ ਸਾਧਨ ਹੈ, ਪਾਠ ਪੁਸਤਕ ਮਾਤਰ ਇੱਕ ਸਾਧਨ ਹੈ, ਬਿਨਾਂ ਪਾਠ ਪੁਸਤਕ ਦੇ ਜਮਾਤ, ਪਾਠ ਪੁਸਤਕ ਇੱਛਾ ਅਨੁਸਾਰ ਹੋਵੇ। ਸੋ 150 ਦੇ ਅਨੁਸਾਰ ਆਪਸ਼ਨ ਨੰਬਰ ਬੀ ਸਹੀ ਹੈ ਜੀ, ਪਾਠ ਪੁਸਤਕ ਮਾਤਰ ਇੱਕ ਸਾਧਨ ਦੇ ਤੌਰ ਤੇ ਵਰਤੀ ਜਾਂਦੀ ਹੈ। ਸੋ ਦੋਸਤੋ ਇਹ ਸੀ ਲੈਕਚਰ 2016 ਵਾਲੇ PS ਟੈਟ SST ਵਿਸ਼ੇ ਨਾਲ ਸੰਬੰਧਿਤ ਪੇਪਰ ਦਾ ਦੂਸਰਾ ਭਾਗ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ, ਦੋਸਤਾਂ ਮਿੱਤਰਾਂ ਦੇ ਤੱਕ ਪਹੁੰਚਾਇਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਸੋ ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।